ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਪੰਨੂ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਪਰ। ਟਰੂਡੋ ਨੇ ਕੀਤਾ ਬਾਈਡਨ ਦਾ ਧੰਨਵਾਦ। ਕੈਨੇਡਾ ਨੂੰ ਹਰ ਹਫ਼ਤੇ ਫਾਈਜ਼ਰ ਭੇਜੇਗਾ 1 ਮਿਲੀਅਨ ਟੀਕੇ। ਸਿੱਖ ਮੋਟਰਸਾਈਕਲ ਕਲੱਬ ਦਾ ਉਪਰਾਲਾ, ਸਿੱਖਾਂ ਦੇ ਨਵੇਂ ਸਾਲ ਦੇ ਉੱਪਰ ਵੰਡ ਰਹੇ 60,000 ਮਾਸਕ। ਮੌਂਟਰੀਅਲ ਦੇ ਸਭ ਤੋਂ ਮਹਿੰਗੇ ਘਰ ਦੀ ਹੋਈ ਸੇਲ, $8 ਮਿਲੀਅਨ ਦੇ ਵਿੱਚ ਵਿਕਿਆ ਘਰ। ਐਲਬਰਟਾ ਦੇ ਵਿੱਚ ਕੋਰੋਨਾ ਬਾਰੇ ਚਿੰਤਾ, ਤੀਸਰੀ ਲਹਿਰ ਦਾ ਹੋਵੇਗਾ ਅਸਰ। ਹੁਣ ਬ੍ਰਿਟਿਸ਼ ਕੋਲੰਬੀਆ ਨੇ ਐਲਾਨਿਆ ਟੀਕੇ ਬਾਰੇ ਨਵਾਂ ਪਲਾਨ, ਸਕੂਲ ਸਟਾਫ ਤੇ ਗਰੋਸਰੀ ਸਟੋਰ ਵਾਲਿਆਂ ਨੂੰ ਲੱਗਣਗੇ ਟੀਕੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਪ੍ਰੈਸ ਕਾਨਫਰੰਸ ਦੇ ਵਿੱਚ ਬੋਲਦਿਆਂ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਦਾ ਧੰਨਵਾਦ ਕੀਤਾ ਗਿਆ ਕਿਉਂਕਿ ਅਮਰੀਕਾ ਵੱਲੋਂ ਕੈਨੇਡਾ ਨੂੰ ਐਸਟ੍ਰਾਜੈਨੇਕਾ ਵੈਕਸੀਨ ਡੋਜ਼ ਭੇਜੀਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ ਬਾਕੀ ਵੈਕਸੀਨ ਦੇ ਬਾਰੇ ਵਿੱਚ ਵੀ ਜਾਣਕਾਰੀ ਪ੍ਰਧਾਨ ਮੰਤਰੀ ਟਰੂਡੋ ਨੇ ਸਾਂਝੀ ਕੀਤੀ। ਉਹਨਾਂ ਦੱਸਿਆ ਕਿ ਫਾਈਜ਼ਰ ਵੈਕਸੀਨ ਵੱਲੋਂ ਹਰ ਹਫ਼ਤੇ 1 ਮਿਲੀਅਨ ਦੇ ਕਰੀਬ ਟੀਕੇ ਭੇਜੇ ਜਾਣਗੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਪ੍ਰੈਸ ਕਾਨਫਰੰਸ ਦੇ ਦੌਰਾਨ ਕੋਵਿਡ-19 ਦੀ ਸਥਿਤੀ ਦੇ ਬਾਰੇ ਵਿੱਚ ਕੈਨੇਡੀਅਨਸ ਨੂੰ ਜਾਣੂ ਕਰਵਾਇਆ ਗਿਆ। ਉੱਥੇ ਹੀ ਉਹਨਾਂ ਨੇ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਦਾ ਧੰਨਵਾਦ ਕੀਤਾ ਕਿਉਂਕਿ ਅਮਰੀਕਾ ਵੱਲੋਂ ਕੈਨੇਡਾ ਨੂੰ 1.5 ਮਿਲੀਅਨ ਐਸਟ੍ਰਾਜੈਨੇਕਾ ਵੈਕਸੀਨ ਡੋਜ਼ਸ ਭੇਜੀਆਂ ਜਾ ਰਹੀਆਂ ਹਨ। ਪ੍ਰਧਾਨ ਮੰਤਰੀ ਟਰੂਡੋ ਨੇ ਇਸ ਮੌਕੇ ਦੇ ਉੱਪਰ ਕੈਨੇਡਾ ਅਤੇ ਅਮਰੀਕਾ ਦੀ ਦੋਸਤੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਅਸੀਂ ਇਕੱਠੇ ਕਈ ਮੁੱਦਿਆਂ ਦੇ ਉੱਪਰ ਕੰਮ ਕਰ ਰਹੇ ਹਾਂ ਅਤੇ ਕੋਵਿਡ-19 ਇਹਨਾਂ ਵਿੱਚੋਂ ਇੱਕ ਹੈ। ਬਾਕੀ ਵੈਕਸੀਨ ਦੇ ਬਾਰੇ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਫਾਈਜ਼ਰ ਕੰਪਨੀ ਵੱਲੋਂ ਮਈ ਆਖਿਰ ਤੱਕ ਕੈਨੇਡਾ ਨੂੰ ਹਰ ਹਫ਼ਤੇ 1 ਮਿਲੀਅਨ ਡੋਜ਼ਸ ਦੇ ਕਰੀਬ ਪਹੁੰਚਾਈਆਂ ਜਾਣਗੀਆਂ। ਪ੍ਰਧਾਨ ਮੰਤਰੀ ਟਰੂਡੋ ਨੇ ਇੱਕ ਵਾਰ ਫਿਰ ਤੋਂ ਇਸ ਚੀਜ਼ ਦਾ ਜ਼ਿਕਰ ਕੀਤਾ ਕਿ ਕੈਨੇਡਾ ਦੇ ਵਿੱਚ ਜਿਹੜੇ ਵੀ ਲੋਕ ਵੈਕਸੀਨ ਲਗਵਾਉਣਾ ਚਾਹੁੰਦੇ ਨੇ, ਸਤੰਬਰ ਆਖਿਰ ਤੱਕ ਉਹਨਾਂ ਨੂੰ ਇਹ ਵੈਕਸੀਨ ਲਗਾਈ ਜਾਵੇਗੀ। ਹੋਰ ਉਹਨਾਂ ਵੱਲੋਂ ਕੀ ਕਿਹਾ ਗਿਆ, ਆਓ ਤੁਹਾਨੂੰ ਸੁਣਾਉਂਦੇ ਹਾਂ। Vaccines are the path out of this pandemic, and that's why securing doses and getting them to the front lines is my number one priority. Yesterday, you may have heard that the White House is talking about sending Canada 1.5 million doses of AstraZeneca. We're finalizing an agreement with this, on this with the American administration as we speak. This is something that Minister Anand and I have raised a number of times with the President and his team. We're working closely and very well with the Biden administration on many fronts, including vaccines. I want to thank President Biden for his collaboration. Canada and the US are each other's closest friends and most important allies, and I know we'll continue working to keep Canadians and Americans safe, beat this virus, and rebuild strong, thriving economies together. We've already delivered over 4.7 million vaccine doses to the provinces and territories, and this week we got more good news about shipments from Pfizer. Last Friday, I said that we would have 1 million new Pfizer doses every 7 days between March 22nd and early May. Well, yesterday, we confirmed that we will continue to receive over 1 million doses a week through to the end of May. Everyone who wants to will be fully vaccinated by the end of September, as we've been saying for months. Yesterday, we also approved the deployment of the Canadian Armed Forces to northern Manitoba in order to help roll out vaccines in First Nations communities that are otherwise hard to reach. This is about working in partnership with First Nations on their efforts to get as many people vaccinated as soon as possible. The Armed Forces are currently doing detailed planning of the deployment for up to 23 communities in northern Manitoba. Again, I want to thank all of our members of the armed forces who step up time and time again to keep Canadians safe. ਸਿੱਖਾਂ ਦੇ ਨਵੇਂ ਸਾਲ ਦੇ ਮੌਕੇ ਉੱਪਰ ਸਿੱਖ ਮੋਟਰਸਾਈਕਲ ਕਲੱਬ ਵੱਲੋਂ ਇੱਕ ਨਵਾਂ ਉਪਰਾਲਾ ਕੀਤਾ ਗਿਆ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ तमाम ਜਿਹੜੇ ਫਰੰਟ ਲਾਈਨ ਵਰਕਰ ਕੰਮ ਕਰ ਰਹੇ ਸੀ, ਉਹਨਾਂ ਨੂੰ 60,000 ਦੇ ਕਰੀਬ ਮਾਸਕ ਵੰਡੇ ਜਾਣਗੇ। ਇਹਨਾਂ ਮੈਂਬਰਾਂ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਾਣੀ ਭਵਿੱਖ ਦੇ ਵਿੱਚ ਵੀ ਉਹਨਾਂ ਵੱਲੋਂ ਅਜਿਹਾ ਉਪਰਾਲਾ ਕੀਤਾ ਜਾਵੇਗਾ। ਸਿੱਖ ਮੋਟਰਸਾਈਕਲ ਕਲੱਬ ਵੱਲੋਂ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਫਰੰਟ ਲਾਈਨ ਵਰਕਰਸ ਨੂੰ 60,000 ਦੇ ਕਰੀਬ ਫੇਸ ਮਾਸਕ ਗਿਫਟ ਦੇ ਤੌਰ ਦੇ ਉੱਪਰ ਦਿੱਤੇ ਜਾਣਗੇ। ਇਸ ਮਹੀਨੇ ਸਿੱਖਾਂ ਦੇ ਨਵੇਂ ਸਾਲ ਦੇ ਮੌਕੇ ਦੇ ਉੱਪਰ ਸਿੱਖ ਮੋਟਰਸਾਈਕਲ ਕਲੱਬ ਵੱਲੋਂ ਟੀਚਾ ਰੱਖਿਆ ਗਿਆ ਹੈ ਕਿ ਉਹਨਾਂ ਵੱਲੋਂ 60,000 ਦੇ ਕਰੀਬ ਫੇਸ ਮਾਸਕ ਉਹਨਾਂ ਫਰੰਟ ਲਾਈਨ ਵਰਕਰਸ ਨੂੰ ਦਿੱਤੇ ਜਾਣਗੇ ਜਿਨ੍ਹਾਂ ਵੱਲੋਂ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਕੋਵਿਡ-19 ਦੇ ਦੌਰਾਨ ਵੀ ਆਪਣੀਆਂ ਸੇਵਾਵਾਂ ਜਾਰੀ ਰੱਖੀਆਂ।
17 ਮਾਰਚ ਨੂੰ ਕਲੋਵਰਡੇਲ ਦੇ ਵਿੱਚ 9 ਡੱਬੇ ਜਿਨ੍ਹਾਂ ਦੇ ਵਿੱਚ 5000 ਦੇ ਕਰੀਬ ਫੇਸ ਮਾਸਕ ਸਨ ਉਹਨਾਂ ਨੂੰ ਦਿੱਤਾ ਗਿਆ। ਇਸ ਸਾਲ ਸਿੱਖ ਧਰਮ ਦਾ ਨਵਾਂ ਸਾਲ ਇੱਕ ਅਲੱਗ ਤਰੀਕੇ ਦੇ ਨਾਲ ਮਨਾਇਆ ਜਾ ਰਿਹਾ ਹੈ। ਇਸ ਦੌਰਾਨ ਸਿੱਖ ਮੋਟਰਸਾਈਕਲ ਕਲੱਬ ਦੇ ਨਾਲ ਯੂਨਾਈਟਿਡ ਸਿੱਖਸ ਵੱਲੋਂ ਸਾਥ ਦਿੱਤਾ ਜਾ ਰਿਹਾ ਹੈ। ਕਲੱਬ ਦੇ ਮੈਂਬਰਸ ਵੱਲੋਂ ਜਾਣਕਾਰੀ ਦਿੱਤੀ ਗਈ ਕਿਉਂਕਿ ਇਸ ਸਮੇਂ ਮੌਜੂਦਾ ਹਾਲਾਤਾਂ ਨੂੰ ਦੇਖਦਿਆਂ ਫਰੰਟਲਾਈਨ ਵਰਕਰਸ ਨੂੰ ਮਾਸਕ ਵੰਡਣੇ ਜ਼ਰੂਰੀ ਹਨ। ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਮਾਰਚ 14 ਨੂੰ ਸਿੱਖ ਧਰਮ ਦੇ ਵਿੱਚ ਨਵੇਂ ਸਾਲ ਦੀ ਸ਼ੁਰੂਆਤ ਹੁੰਦੀ ਹੈ। ਮੈਂਬਰਾਂ ਵੱਲੋਂ ਇਹ ਵੀ ਜਾਣਕਾਰੀ ਦਿੱਤੀ ਗਈ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਵੱਲੋਂ ਹੋਰ ਵੀ ਮਾਸਕ ਵੰਡੇ ਜਾਣਗੇ। ਕੈਨੇਡਾ ਦੇ ਵਿੱਚ ਮਹਿੰਗੇ ਘਰਾਂ ਦਾ ਕ੍ਰੇਜ਼ ਅੱਜਕੱਲ ਕਾਫੀ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਹੈ। ਮੌਂਟਰੀਅਲ ਦੇ ਵਿੱਚ ਇਸ ਸਾਲ ਦਾ ਸਭ ਤੋਂ ਮਹਿੰਗਾ ਘਰ ਵਿਕ ਚੁੱਕਿਆ ਹੈ। ਇਹ ਵਿਕਿਆ ਹੈ $8 ਮਿਲੀਅਨ ਦਾ। ਦੱਸ ਦਈਏ ਕਿ ਜਿਹੜੇ ਅਜਿਹੇ ਘਰ ਹੁੰਦੇ ਨੇ ਜਿਨ੍ਹਾਂ ਦੀ ਕੀਮਤ ਕਾਫੀ ਜ਼ਿਆਦਾ ਹੁੰਦੀ ਹੈ, ਇਹਨਾਂ ਨੂੰ ਵੇਚਣ ਦੇ ਵਿੱਚ ਇੱਕ ਲੰਬਾ ਸਮਾਂ ਲੱਗ ਜਾਂਦਾ ਹੈ। ਪਰ ਮੌਂਟਰੀਅਲ ਦੇ ਜੇਕਰ ਇਸ ਘਰ ਦੀ ਗੱਲ ਕੀਤੀ ਜਾਵੇ ਤਾਂ ਇਸ ਨੂੰ ਇੰਨਾ ਸਮਾਂ ਨਹੀਂ ਲੱਗਿਆ। ਜੇਕਰ ਅਸੀਂ ਇਸ ਦੀ ਕੀਮਤ ਦੇ ਬਾਰੇ ਵਿੱਚ ਗੱਲ ਕਰੀਏ ਤਾਂ ਇਸ ਘਰ ਦੇ ਬਾਰੇ ਵਿੱਚ ਗੱਲ ਕਰੀਏ ਤਾਂ ਇਹ ਜਿਹੜਾ ਹੈ ਉਹ ਬਹੁਤ ਛੇਤੀ ਬਾਕੀ ਘਰਾਂ ਦੇ ਮੁਕਾਬਲੇ ਵਿਕ ਗਿਆ। ਇਸ ਦੇ ਵਿੱਚ ਦੋ ਖਰੀਦਦਾਰਾਂ ਵੱਲੋਂ ਰੁਚੀ ਦਿਖਾਈ ਜਾ ਰਹੀ ਸੀ। ਮੌਂਟਰੀਅਲ ਦੇ ਵਿੱਚ ਸਭ ਤੋਂ ਮਹਿੰਗਾ ਘਰ ਸੇਲ ਹੋ ਗਿਆ ਹੈ। ਇਹ ਘਰ ਸਬਰਬ ਆਫ ਸੈਨਵਿਲ ਦੇ ਵਿੱਚ ਸਥਿਤ ਹੈ। ਰੀਅਲ ਏਸਟੇਟ ਬ੍ਰੋਕਰ ਜੋਸਫ ਵੱਲੋਂ ਇਸ ਨੂੰ $8 ਮਿਲੀਅਨ ਦੇ ਵਿੱਚ ਸੇਲ ਕੀਤਾ ਗਿਆ। ਇਹ ਘਰ ਸਿੰਗਲ ਫੈਮਿਲੀ ਦੇ ਲਈ ਹੈ। ਇਸ ਸਾਲ ਦੇ ਸ਼ੁਰੂ ਦੇ ਵਿੱਚ ਹੀ ਇਸ ਨੂੰ ਸੇਲ ਦੇ ਉੱਪਰ ਲਗਾਇਆ ਗਿਆ। ਇਸ ਦਾ ਏਰੀਆ 30 ਏਕੜ ਹੈ। ਇਸ ਦੇ ਵਿੱਚ 5 ਵੱਡੇ ਅਤੇ 3 ਛੋਟੇ ਬੈਡਰੂਮ ਹਨ। ਇਹ ਪ੍ਰਾਪਰਟੀ 2 ਮਾਊਂਟੇਨਸ ਦੀ ਲੇਕ ਕੋਲ ਹੈ। ਇਸ ਨੂੰ 1965 ਦੇ ਵਿੱਚ ਜੌਨ ਨਾਮ ਦੇ ਸ਼ਖਸ ਵੱਲੋਂ ਬਣਾਇਆ ਗਿਆ। ਇਹ ਘਰ ਨਿਓ ਗੋਥਿਕ ਸਟਾਈਲ ਦਾ ਹੈ। 19ਵੀਂ ਸਦੀ ਦਾ ਇਹ ਘਰ 6 ਮਹੀਨੇ ਤੱਕ ਸੇਲ ਦੇ ਉੱਪਰ ਲਗਾਇਆ ਗਿਆ। ਇਸ ਤਰ੍ਹਾਂ ਦੀ ਪ੍ਰਾਪਰਟੀ ਨੂੰ ਵੇਚਣ ਦੇ ਵਿੱਚ ਕਾਫੀ ਜ਼ਿਆਦਾ ਸਮਾਂ ਲੱਗ ਜਾਂਦਾ ਹੈ ਕਿਉਂਕਿ ਅਜਿਹੀ ਪ੍ਰਾਪਰਟੀ ਦੀ ਕੀਮਤ ਕਾਫੀ ਜ਼ਿਆਦਾ ਵੱਧ ਹੁੰਦੀ ਹੈ। ਪਰ ਜੇਕਰ ਇਸ ਘਰ ਦੀ ਗੱਲ ਕਰੀਏ ਅਤੇ ਇਸ ਦੀ ਕੀਮਤ ਦੀ ਤਾਂ ਫਿਰ ਇਸ ਨੂੰ ਵੇਚਣ ਦੇ ਵਿੱਚ ਇੰਨਾ ਜ਼ਿਆਦਾ ਸਮਾਂ ਨਹੀਂ ਲੱਗਿਆ। ਇਸ ਘਰ ਦੀਆਂ ਓਰੀਜਨਲ ਗਾਰਡਨਸ ਨੂੰ ਆਲਮਸਟਡ ਬ੍ਰਦਰਸ ਫਰਮ ਵੱਲੋਂ ਡਿਜ਼ਾਈਨ ਕੀਤਾ ਗਿਆ। ਬਾਕੀ ਘਰਾਂ ਦੇ ਮੁਕਾਬਲੇ ਜੇਕਰ ਇਸ ਘਰ ਦੀ ਗੱਲ ਕਰੀਏ ਤਾਂ ਇਸ ਨੂੰ ਖਰੀਦਣ ਦੇ ਵਿੱਚ 2 ਜਾਣੇ ਜਾਨੀ ਕਿ 2 ਬਾਇਰ ਇੰਟਰਸਟਿਡ ਸਨ। ਉਹਨਾਂ ਵੱਲੋਂ ਇੱਕੋ ਸਮੇਂ ਦੌਰਾਨ ਇਸ ਘਰ ਦੇ ਲਈ ਬੋਲੀ ਲਗਾਈ ਗਈ। ਸੋ ਹੁਣ ਇਹ ਆਲੀਸ਼ਾਨ ਮੌਂਟਰੀਅਲ ਦਾ ਘਰ ਸੇਲ ਕਰ ਦਿੱਤਾ ਗਿਆ ਹੈ ਜਿਸ ਦੀ ਸੇਲ $8 ਮਿਲੀਅਨ ਦੇ ਵਿੱਚ ਹੋਈ। ਅਲਬਰਟਾ ਦੇ ਵਿੱਚ ਕੋਰੋਨਾ ਵਾਇਰਸ ਦੀ ਤੀਸਰੀ ਲਹਿਰ ਜਾਨੀ ਕਿ 3rd ਵੇਵ ਨੂੰ ਲੈ ਕੇ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ। ਕਿਹਾ ਜਾ ਰਿਹਾ ਹੈ ਕਿ ਇੱਥੇ ਹੁਣ ਕੁਝ ਹਫ਼ਤਿਆਂ ਦੌਰਾਨ ਇਸ ਦਾ ਕਾਫੀ ਜ਼ਿਆਦਾ ਪ੍ਰਭਾਵ ਅਸਰ ਦੇਖਣ ਨੂੰ ਮਿਲ ਸਕਦਾ ਹੈ। ਕੋਵਿਡ-19 ਦੀ ਤੀਸਰੀ ਵੇਵ ਅਗਲੇ ਕੁਝ ਹਫ਼ਤਿਆਂ ਦੇ ਲਈ ਕਾਫੀ ਭਾਰੀ ਰਹਿਣ ਵਾਲੀ ਹੈ। ਅਲਬਰਟਾ ਦੇ ਵਿੱਚ ਇਸ ਤੀਸਰੀ ਲਹਿਰ ਦਾ ਅਸਰ ਅਗਲੇ ਕੁਝ ਹਫ਼ਤਿਆਂ ਦੌਰਾਨ ਦੇਖਿਆ ਜਾ ਸਕਦਾ ਹੈ। ਇਸ ਦੇ ਬਾਰੇ ਵਿੱਚ ਜਾਣਕਾਰੀ ਡਾਕਟਰ ਹਿੰਸ਼ਾ ਵੱਲੋਂ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਅਸੀਂ ਇਹ ਦੇਖ ਰਹੇ ਹਾਂ ਕਿ ਇੱਥੇ ਕੋਰੋਨਾ ਵਾਇਰਸ ਦੇ ਮਾਮਲੇ ਵਧ ਰਹੇ ਹਨ। ਉਹਨਾਂ ਵੱਲੋਂ ਲੈਥਬ੍ਰਿਜ ਦਾ ਇਸ ਮੌਕੇ ਦੇ ਉੱਪਰ ਜ਼ਿਕਰ ਕੀਤਾ ਗਿਆ। ਉਹਨਾਂ ਕਿਹਾ ਕਿ 3 ਹਫ਼ਤੇ ਪਹਿਲਾਂ ਫਰਵਰੀ 25 ਨੂੰ ਲੈਥਬ੍ਰਿਜ ਦੇ ਵਿੱਚ 196 ਐਕਟਿਵ ਕੇਸ ਸਨ ਅਤੇ ਇਸ ਸਮੇਂ 469 ਦੇ ਉੱਪਰ ਇਹ ਐਕਟਿਵ ਮਾਮਲੇ ਪਹੁੰਚ ਚੁੱਕੇ ਨੇ। ਉਹਨਾਂ ਦਾ ਕਹਿਣਾ ਹੈ ਕਿ ਬਹੁਤ ਸਾਰੇ ਅਜਿਹੇ ਲੋਕ ਨੇ ਜਿਨ੍ਹਾਂ ਨੂੰ ਕੋਵਿਡ-19 ਦੇ ਮਾਈਲਡ ਸਿੰਪਟਮ ਹੁੰਦੇ ਨੇ ਪਰ ਉਸ ਤੋਂ ਬਾਅਦ ਦੂਸਰੇ ਲੋਕਾਂ ਨੂੰ ਇਸ ਵਾਇਰਸ ਦਾ ਫੈਲਾਅ ਹੋ ਜਾਂਦਾ ਹੈ ਜਾਣੀ ਕਿ ਇਹ ਵਾਇਰਸ ਦੂਸਰੇ ਲੋਕਾਂ ਤੱਕ ਪਹੁੰਚ ਜਾਂਦਾ ਹੈ। ਉਹਨਾਂ ਕਿਹਾ ਕਿ ਬਹੁਤ ਸਾਰੇ ਅਜਿਹੇ ਵੀ ਲੋਕ ਨੇ ਜਿਨ੍ਹਾਂ ਦੇ ਵਿੱਚ ਸਿੰਪਟਮ ਨਜ਼ਰ ਨਹੀਂ ਆਉਂਦੇ ਪਰ ਉਹਨਾਂ ਤੋਂ ਬਾਅਦ ਪਰਿਵਾਰ ਦੇ ਮੈਂਬਰ ਅਤੇ ਦੋਸਤਾਂ ਨੂੰ ਇਹ ਵਾਇਰਸ ਟ੍ਰਾਂਸਫਰ ਹੋ ਜਾਂਦੀ ਹੈ। ਵੈਕਸੀਨ ਦੇ ਬਾਰੇ ਵਿੱਚ ਜੋ ਜਾਣਕਾਰੀ ਸਾਂਝੀ ਕੀਤੀ ਗਈ ਉਸ ਦੇ ਮੁਤਾਬਕ ਹੁਣ ਤੱਕ ਇਸ ਪ੍ਰੋਵਿੰਸ ਦੇ ਵਿੱਚ 4,18,500 ਦੇ ਕਰੀਬ ਵੈਕਸੀਨ ਡੋਜ਼ਸ ਦਿੱਤੀਆਂ ਜਾ ਚੁੱਕੀਆਂ ਹਨ। ਇਸ ਦੇ ਬਾਵਜੂਦ ਵੀ ਕੋਰੋਨਾ ਵਾਇਰਸ ਦਾ ਫੈਲਾਅ ਤੇਜ਼ੀ ਦੇ ਨਾਲ ਹੋ ਰਿਹਾ ਹੈ। ਇਸ ਦਾ ਇੱਕ ਕਾਰਨ ਕੋਵਿਡ-19 ਵੇਰੀਐਂਟ ਵੀ ਮੰਨਿਆ ਜਾ ਰਿਹਾ ਹੈ ਜੋ ਕਿ ਜ਼ਿਆਦਾ ਤੇਜ਼ੀ ਦੇ ਨਾਲ ਫੈਲਦਾ ਹੈ। ਹਿੰਸ਼ਾ ਨੇ ਇਸ ਗੱਲ ਦੇ ਉੱਪਰ ਫਿਰ ਤੋਂ ਜ਼ੋਰ ਦਿੱਤਾ ਕਿ ਸੋਸ਼ਲ ਗੈਦਰਿੰਗ ਤੋਂ ਪਰਹੇਜ਼ ਕੀਤਾ ਜਾਵੇ ਕਿਉਂਕਿ ਇਸ ਦੇ ਨਾਲ ਵਾਇਰਸ ਨੂੰ ਕੰਟਰੋਲ ਦੇ ਵਿੱਚ ਕੀਤਾ ਜਾ ਸਕਦਾ ਹੈ। ਬ੍ਰਿਟਿਸ਼ ਕੋਲੰਬੀਆ ਵੱਲੋਂ ਆਪਣੇ ਨਵੇਂ ਵੈਕਸੀਨੇਸ਼ਨ ਪਲਾਨ ਦਾ ਐਲਾਨ ਕੀਤਾ ਗਿਆ ਜਿਸ ਦੇ ਤਹਿਤ ਉਹਨਾਂ ਨੇ ਕਿਹਾ ਕਿ ਜਿਹੜਾ ਸਕੂਲ ਸਟਾਫ ਹੈ ਗਰੋਸਰੀ ਸਟੋਰ ਦੇ ਉੱਪਰ ਕੰਮ ਕਰਨ ਵਾਲੇ ਨੇ ਉਹਨਾਂ ਨੂੰ ਕੋਵਿਡ-19 ਵੈਕਸੀਨ ਲਗਾਇਆ ਜਾਵੇਗਾ। ਅਪ੍ਰੈਲ ਮਹੀਨੇ ਤੋਂ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਐਮਰਜੈਂਸੀ ਗਰੋਸਰੀ ਅਤੇ ਸਕੂਲ ਸਟਾਫ ਨੂੰ ਕੋਵਿਡ-19 ਵੈਕਸੀਨ ਲਗਾਉਣ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਫਰੰਟਲਾਈਨ ਵਰਕਰਸ ਨੂੰ ਕੋਵਿਡ-19 ਵੈਕਸੀਨ ਅਪ੍ਰੈਲ ਤੋਂ ਲਗਾਉਣੀ ਸ਼ੁਰੂ ਕੀਤੀ ਜਾ ਰਹੀ ਹੈ। ਇਸ ਦੇ ਵਿੱਚ ਪੁਲਿਸ, ਫਾਇਰ ਫਾਈਟਰਸ, ਚਾਈਲਡ ਕੇਅਰ, ਗਰੋਸਰੀ ਸਟੋਰ, ਪੋਸਟਲ ਅਤੇ K-12 ਐਜੂਕੇਸ਼ਨ ਸਟਾਫ ਸ਼ਾਮਿਲ ਕੀਤਾ ਗਿਆ ਹੈ। ਇਸ ਸਮੇਂ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਉਮਰ ਦੇ ਮੁਤਾਬਕ ਵੈਕਸੀਨ ਲਗਾਏ ਜਾ ਰਹੇ ਹਨ।
ਐਸਟ੍ਰਾਜੈਨੇਕਾ ਵੈਕਸੀਨ ਦੀ ਸ਼ਿਪਮੈਂਟ ਤੋਂ ਬਾਅਦ ਇੱਥੇ ਹੁਣ ਫਰੰਟਲਾਈਨ ਲੋਕਾਂ ਨੂੰ ਵੀ ਇਸ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ, ਜਾਣੀ ਕਿ ਉਹਨਾਂ ਨੂੰ ਵੀ ਕੋਵਿਡ-19 ਵੈਕਸੀਨ ਸ਼ਾਟ ਦਿੱਤੇ ਜਾਣਗੇ। ਇਸ ਦੀ ਜਾਣਕਾਰੀ ਪ੍ਰੀਮੀਅਰ ਜੌਨ ਹਾਰਗਨ ਵੱਲੋਂ ਸਾਂਝੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪ੍ਰਾਇਓਰਿਟੀ ਗਰੁੱਪ ਦੇ ਵਿੱਚ ਕੁਆਰੰਟਾਈਨ ਆਫੀਸਰਸ, ਮੈਨੂਫੈਕਚਰਿੰਗ ਵਰਕਰਸ, ਹੋਲਸੇਲ ਅਤੇ ਵੇਅਰਹਾਊਸ ਇੰਪਲਾਈਜ਼, ਸਟਾਫ ਇਨ ਕੰਕਰੀਟ ਹਾਊਸਿੰਗ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਮਈ ਮਹੀਨੇ ਤੱਕ ਬ੍ਰਿਟਿਸ਼ ਕੋਲੰਬੀਆ ਦੇ ਕੋਲ 3,40,000 ਦੇ ਕਰੀਬ ਐਸਟ੍ਰਾਜੈਨੇਕਾ ਵੈਕਸੀਨ ਡੋਜ਼ ਆਉਣਗੀਆਂ। ਇਹ ਵੈਕਸੀਨੇਸ਼ਨ ਕਿਸ ਤਰ੍ਹਾਂ ਲੱਗੇਗੀ, ਅਪਾਇੰਟਮੈਂਟ ਕਦੋਂ ਬੁੱਕ ਕੀਤੀ ਜਾਣੀ ਹੈ, ਇਸ ਦੇ ਬਾਰੇ ਵਿੱਚ ਹੈਲਥ ਆਫੀਸ਼ੀਅਲਸ ਜਾਣਕਾਰੀ ਸਾਂਝੀ ਕਰਨਗੇ। ਦੱਸ ਦਈਏ ਕਿ ਫੈਡਰਲ ਸਰਕਾਰ ਵੱਲੋਂ ਐਲਾਨ ਕੀਤਾ ਜਾ ਚੁੱਕਿਆ ਹੈ ਕਿ ਕੈਨੇਡਾ ਕੋਲ ਇੰਨੀ ਵੈਕਸੀਨ ਹੈ ਕਿ ਸਤੰਬਰ ਮਹੀਨੇ ਤੱਕ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ, ਜਾਣੀ ਕਿ तमाम ਕੈਨੇਡੀਅਨਸ ਨੂੰ ਕੋਵਿਡ-19 ਵੈਕਸੀਨ ਸ਼ਾਟ ਲਗਾ ਦਿੱਤਾ ਜਾਵੇਗਾ। ਇਸ ਦੇ ਬਾਰੇ ਵਿੱਚ ਸਮੇਂ-ਸਮੇਂ ਦੇ ਉੱਪਰ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ। ਪ੍ਰਧਾਨ ਮੰਤਰੀ ਟਰੂਡੋ ਵੱਲੋਂ ਮਾਈਕਲ ਦੇ ਮੁੱਦੇ ਦੇ ਉੱਪਰ ਆਪਣੇ ਵਿਚਾਰਾਂ ਦੀ ਸਾਂਝ ਪਾਈ ਗਈ। ਚੀਨ ਦੇ ਵਿੱਚ ਜੋ ਟ੍ਰਾਇਲ ਹੋਇਆ ਉਸ ਦੇ ਉੱਪਰ ਟਿੱਪਣੀ ਪ੍ਰਧਾਨ ਮੰਤਰੀ ਟਰੂਡੋ ਵੱਲੋਂ ਕੀਤੀ ਗਈ। ਉਹਨਾਂ ਨੇ ਕਿਹਾ ਕਿ ਚੀਨ ਦੀ ਟਰਾਂਸਪੇਰੈਂਸੀ ਜਿਹੜੀ ਹੈ ਉਸ ਦੇ ਉੱਪਰ ਸਵਾਲ ਚੁੱਕਿਆ। ਪ੍ਰੈਸ ਕਾਨਫਰੰਸ ਦੇ ਦੌਰਾਨ ਬੋਲਦਿਆਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਜਾਸੂਸੀ ਦੇ ਦੋਸ਼ਾਂ ਦੇ ਵਿੱਚ ਮਾਈਕਲ ਦੀ ਸੁਣਵਾਈ ਦੇ ਵਿੱਚ ਟਰਾਂਸਪੇਰੈਂਸੀ ਦੀ ਕਮੀ ਦੀ ਨਿੰਦਾ ਕੀਤੀ ਹੈ। ਪ੍ਰਧਾਨ ਮੰਤਰੀ ਟਰੂਡੋ ਨੇ ਦੱਸਿਆ ਕਿ ਚੀਨ ਦੇ ਵਿੱਚ ਸ਼ੁੱਕਰਵਾਰ ਨੂੰ ਮਾਈਕਲ ਦੇ ਟ੍ਰਾਇਲ ਦੇ ਸੰਬੰਧੀ ਕਰੀਬ 2 ਘੰਟੇ ਤੱਕ ਸੁਣਵਾਈ ਹੋਈ। ਉਨ੍ਹਾਂ ਵੱਲੋਂ ਚੀਨ ਵੱਲੋਂ ਜੋ ਇਸ ਮਾਮਲੇ ਦੇ ਵਿੱਚ ਪਾਰਦਰਸ਼ਤਾ ਨਹੀਂ ਦਿਖਾਈ ਗਈ ਉਸ ਦੀ ਆਲੋਚਨਾ ਕੀਤੀ ਹੈ। ਉਨ੍ਹਾਂ ਜਾਣਕਾਰੀ ਦਿੱਤੀ ਕਿ ਕੈਨੇਡਾ ਦੇ ਕੌਂਸਲਰ ਅਧਿਕਾਰੀਆਂ ਨੂੰ ਵੀ ਇਸ ਟ੍ਰਾਇਲ ਦਾ ਹਿੱਸਾ ਬਣਨ ਦੀ ਇਜਾਜ਼ਤ ਨਹੀਂ ਦਿੱਤੀ ਗਈ। ਦੱਸ ਦਈਏ ਕਿ ਚਾਈਨਾ ਵੱਲੋਂ ਮਾਈਕਲ ਦੇ ਉੱਪਰ ਦੇਸ਼ ਦੀਆਂ ਗੁਪਤ, ਜਾਣੀ ਕਿ ਸੀਕ੍ਰੇਟ ਇਨਫੋਰਮੇਸ਼ਨ ਦੀ ਚੋਰੀ ਦੇ ਦੋਸ਼ ਲਗਾਏ ਗਏ ਸਨ। ਇਹ ਗ੍ਰਿਫਤਾਰੀ 2018 ਦੇ ਵਿੱਚ ਉਸ ਵੇਲੇ ਹੋਈ ਸੀ ਜਦੋਂ ਤੋਂ ਕੁਝ ਹੀ ਦਿਨ ਪਹਿਲਾਂ ਦਸੰਬਰ 2018 ਦੇ ਵਿੱਚ ਵੋਏ ਐਗਜ਼ੀਕਿਊਟਿਵ ਮੰਗ ਵੰਜੋ ਨੂੰ ਵੈਂਕੂਵਰ ਦੇ ਹਵਾਈ ਅੱਡੇ ਤੇ ਗ੍ਰਿਫਤਾਰ ਕੀਤਾ ਗਿਆ ਸੀ। Canada is a country of the rule of law. We move forward in full respect of that rule of law, and we move forward in full transparency. We have continually condemned not just the arbitrary detention of 2 Canadian citizens, but it is disappointing that the trial that Michael Spavor went through, and possibly the trial that Michael Kovrig will go through on Monday, is happening in secret, without transparency, without access by Canadian consular officials. Over the past number of years, we have worked very closely, not just with the families, not just directly in diplomacy with China, but also very much with the international community, with our allies. We saw the tremendous support for a Canadian-led initiative against arbitrary detention move forward in the global community over the past number of months. We've also seen repeatedly allies and friends stand up for the rights of these Canadians who are arbitrarily detained in their own bilateral conversations with China. China needs to understand that it is not just about 2 Canadians. It is about the respect for the rule of law and relationships with a broad range of Western countries that is at play with the arbitrary detention and the coercive diplomacy they have engaged in. ਅਮਰੀਕਾ ਦੇ ਵਿੱਚ ਜਿਹੜੇ ਲੋਕ ਪੱਕੇ ਹੋਣਾ ਚਾਹੁੰਦੇ ਨੇ ਉਹਨਾਂ ਦੇ ਵਾਸਤੇ ਅਪਡੇਟ, ਇੱਕ ਖੁਸ਼ਖਬਰੀ ਸਾਹਮਣੇ ਆਈ ਹੈ। ਅਮਰੀਕਾ ਦੇ ਵਿੱਚ तमाम ਉਹ ਲੋਕ ਜਿਹੜੇ ਬਿਨਾਂ ਡਾਕੂਮੈਂਟਸ, ਜਾਣੀ ਕਿ ਦਸਤਾਵੇਜ਼ਾਂ ਦੇ ਰਹਿ ਰਹੇ ਹਨ, ਉਹਨਾਂ ਨੂੰ ਹੁਣ ਇੱਥੇ ਪੱਕਾ ਕੀਤਾ ਜਾਵੇਗਾ। ਇਹਨਾਂ ਲੋਕਾਂ ਦੀ ਗਿਣਤੀ ਮਿਲੀਅਨ ਦੇ ਵਿੱਚ ਹੈ। ਜਿਸ ਤਰ੍ਹਾਂ ਜੋ ਬਾਈਡਨ ਵੱਲੋਂ ਚੋਣ ਪ੍ਰਚਾਰ ਦੇ ਦੌਰਾਨ ਵਾਅਦਾ ਕੀਤਾ ਗਿਆ ਸੀ, ਉਸੇ ਦੇ ਚੱਲਦਿਆਂ ਉਹਨਾਂ ਵੱਲੋਂ ਸਦਨ ਦੇ ਵਿੱਚ ਇਸ ਦੇ ਨਾਲ ਸੰਬੰਧਿਤ ਬਿੱਲ ਪਾਸ ਕੀਤੇ ਗਏ। ਜੋ ਬਾਈਡਨ ਨੇ ਕਿਹਾ ਕਿ ਮੈਂ ਇਹਨਾਂ ਦੀ ਹਮਾਇਤ ਕਰਦਾ ਹਾਂ, ਇਸ ਦੇ ਨਾਲ ਇਮੀਗ੍ਰੇਸ਼ਨ ਦੇ ਵਿੱਚ ਸੁਧਾਰ ਹੋਵੇਗਾ। ਜਿਹੜੇ ਲੋਕ ਅਮਰੀਕਾ ਦੇ ਵਿੱਚ ਪੱਕੇ ਹੋਣਾ ਚਾਹੁੰਦੇ ਨੇ ਉਹਨਾਂ ਦੇ ਵਾਸਤੇ ਇੱਕ ਵੱਡੀ ਅਪਡੇਟ ਸਾਹਮਣੇ ਆਈ ਹੈ। ਅਮਰੀਕਾ ਦੇ ਵਿੱਚ ਜਿਹੜੇ ਬਿਨਾਂ ਡਾਕੂਮੈਂਟਸ ਦੇ ਰਹਿਣ ਵਾਲੇ ਲੋਕ ਹਨ ਉਹਨਾਂ ਨੂੰ ਛੇਤੀ ਹੀ ਨਾਗਰਿਕਤਾ ਮਿਲ ਸਕਦੀ ਹੈ। ਇਸ ਦੇ ਨਾਲ ਸੰਬੰਧਿਤ 2 ਜ਼ਰੂਰੀ ਬਿੱਲ, ਅਹਿਮ ਬਿੱਲ ਪਾਸ ਕੀਤੇ ਗਏ ਨੇ। ਅਮਰੀਕਾ ਦੀ ਲੋਅਰ ਹਾਊਸ ਆਫ ਰਿਪਰੈਜ਼ੈਂਟੇਟਿਵ ਦੇ ਵਿੱਚ 2 ਅਹਿਮ ਬਿੱਲ ਪਾਸ ਕੀਤੇ ਗਏ। ਇਹਨਾਂ ਬਿਲਸ ਦੇ ਵਿੱਚ ਪਾਸ ਹੋਣ ਦੇ ਨਾਲ ਅਮਰੀਕਾ ਦੇ ਵਿੱਚ ਜਿਹੜੇ ਬਿਨਾਂ ਦਸਤਾਵੇਜ਼, ਜਾਣੀ ਕਿ ਡਾਕੂਮੈਂਟਸ ਦੇ ਰਹਿਣ ਵਾਲੇ ਹਨ, ਉਹਨਾਂ ਲੱਖਾਂ ਲੋਕਾਂ ਨੂੰ ਇੱਥੇ ਨਾਗਰਿਕਤਾ ਦਿੱਤੀ ਜਾਵੇਗੀ। ਇਸ ਦੇ ਵਾਸਤੇ ਹੁਣ ਰਸਤਾ ਸਾਫ਼ ਹੋ ਗਿਆ ਹੈ। ਇਸ ਦੇ ਨਾਲ ਹੀ ਇੱਕ ਅਹਿਮ ਜਾਣਕਾਰੀ ਇਹ ਵੀ ਹੈ ਕਿ ਉਹਨਾਂ ਬੱਚਿਆਂ ਨੂੰ ਵੀ ਨਾਗਰਿਕਤਾ ਮਿਲ ਸਕਦੀ ਹੈ, ਜਾਣੀ ਕਿ ਸਿਟੀਜ਼ਨਸ਼ਿਪ ਮਿਲ ਸਕਦੀ ਹੈ, ਜਿਨ੍ਹਾਂ ਦੇ ਮਾਤਾ-ਪਿਤਾ H1B ਵੀਜ਼ੇ ਦੇ ਉੱਪਰ ਅਮਰੀਕਾ 'ਚ ਕੰਮ ਕਰ ਰਹੇ ਹਨ। ਇਹ ਜੋ ਖਬਰ ਸਾਹਮਣੇ ਆਈ ਹੈ, ਇਸ ਦੇ ਨਾਲ ਲੱਖਾਂ ਹੀ ਪਾਰਟੀਆਂ ਨੂੰ ਰਾਹਤ ਮਿਲਣ ਦੀ ਉਮੀਦ ਜਾਗ ਗਈ ਹੈ।
ਹਾਊਸ ਆਫ ਰਿਪਰੈਜ਼ੈਂਟੇਟਿਵ ਦੇ ਵਿੱਚ ਅਮਰੀਕਨ ਡ੍ਰੀਮ ਐਂਡ ਪੈਰਾਮੈਕਸ ਐਕਟ 2021 ਨੂੰ 197 ਦੇ ਮੁਕਾਬਲੇ 228 ਵੋਟਸ ਦੇ ਨਾਲ ਮਨਜ਼ੂਰੀ ਮਿਲ ਗਈ। ਅਮਰੀਕਾ ਦੇ ਰਾਸ਼ਟਰਪਤੀ ਵੱਲੋਂ ਇਸ ਦਾ ਸਵਾਗਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਕਦਮ ਦੇ ਨਾਲ ਇਮੀਗ੍ਰੇਸ਼ਨ ਦੇ ਵਿੱਚ ਹੋਰ ਵੀ ਸੁਧਾਰ ਆਵੇਗਾ। ਬਾਈਡਨ ਵੱਲੋਂ ਬਿਆਨ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਉਨ੍ਹਾਂ ਕਿਹਾ ਕਿ ਮੈਂ ਇਹਨਾਂ ਬਿੱਲਾਂ ਦੀ ਹਮਾਇਤ ਕਰਦਾ ਹਾਂ। ਜੋ ਦੂਸਰਾ ਬਿੱਲ ਹੈ ਉਸ ਦੇ ਵਿੱਚ ਉਹਨਾਂ ਲੋਕਾਂ ਨੂੰ ਰਾਹਤ ਦੇਣ ਦੀ ਗੱਲ ਕਹੀ ਗਈ ਹੈ ਜਿਹੜੇ ਜਾਇਜ਼ ਡਾਕੂਮੈਂਟਸ ਦੇ ਨਾਲ ਜਾਣੀ ਕਿ ਲੀਗਲ ਡਾਕੂਮੈਂਟਸ ਦੇ ਨਾਲ ਅਮਰੀਕਾ ਦੇ ਵਿੱਚ ਰਹਿ ਰਹੇ ਹਨ, ਜਿਸ ਦੇ ਵਿੱਚ ਅਮਰੀਕਾ ਅੰਦਰ ਜਨਮੇ ਉਹਨਾਂ ਲੋਕਾਂ ਦੇ ਬੱਚੇ ਵੀ ਹਨ ਜਿਨ੍ਹਾਂ ਦੇ ਮਾਤਾ-ਪਿਤਾ H-1B ਵੀਜ਼ਾ ਵਰਕ ਵੀਜ਼ਾ ਹੋਲਡਰ ਹਨ। ਇਹਨਾਂ ਬਿੱਲਾਂ ਨੂੰ ਸਦਨ ਦੇ ਵਿੱਚ ਜਾਣੀ ਕਿ ਹਾਊਸ ਆਫ ਰਿਪਰੈਜ਼ੈਂਟੇਟਿਵ ਦੇ ਵਿੱਚ ਪਾਸ ਕਰਨ ਤੋਂ ਬਾਅਦ ਹੁਣ ਰਾਸ਼ਟਰਪਤੀ ਬਾਈਡਨ ਦੇ ਕੋਲ ਭੇਜਿਆ ਜਾਵੇਗਾ, ਜਿੱਥੇ ਉਹਨਾਂ ਵੱਲੋਂ ਦਸਤਖਤ ਕੀਤੇ ਜਾਣਗੇ ਅਤੇ ਇਹ ਹੁਣ ਕਾਨੂੰਨ ਬਣ ਜਾਵੇਗਾ। ਟਰੰਪ ਪ੍ਰਸ਼ਾਸਨ ਵੱਲੋਂ ਆਪਣੇ ਕਾਰਜਕਾਲ ਦੇ ਦੌਰਾਨ H-1B ਵੀਜ਼ਾ ਅਤੇ ਹੋਰ ਵੀ ਕਈ ਵਰਕ ਵੀਜ਼ਾ ਦੇ ਉੱਪਰ ਪਾਬੰਦੀ ਲਗਾਈ ਗਈ। 31 ਮਾਰਚ ਤੱਕ H-1B ਵੀਜ਼ਾ ਦੇ ਉੱਪਰ ਰੋਕ ਲਗਾਈ ਗਈ ਸੀ। ਸਮੇਂ-ਸਮੇਂ ਦੇ ਉੱਪਰ ਇਸ ਦੇ ਨਾਲ ਸੰਬੰਧਿਤ ਅਪਡੇਟ ਸਾਹਮਣੇ ਆਈ ਹੈ। ਉਮੀਦ ਕੀਤੀ ਗਈ ਕਿ ਟਰੰਪ ਪ੍ਰਸ਼ਾਸਨ ਵੱਲੋਂ ਜੋ ਰੋਕ ਲਗਾਈ ਗਈ, ਜੋ ਬਾਈਡਨ ਪ੍ਰਸ਼ਾਸਨ ਉਸ ਦੇ ਵਿੱਚ ਬਦਲਾਵ ਕਰੇਗਾ। ਜਲਦ ਹੀ ਇਸ ਦੇ ਉੱਪਰ ਫੈਸਲਾ ਆ ਸਕਦਾ ਹੈ, ਜਾਣੀ ਕਿ ਜੋ ਰੋਕ ਲਗਾਈ ਗਈ ਉਸ ਨੂੰ ਹਟਾਇਆ ਜਾ ਸਕਦਾ ਹੈ। ਅਮਰੀਕਾ ਤੋਂ ਸਮੇਂ-ਸਮੇਂ ਦੇ ਉੱਪਰ ਲਗਾਤਾਰ H-1B ਵੀਜ਼ਾ ਦੇ ਨਾਲ ਸੰਬੰਧਿਤ ਅਪਡੇਟਸ ਸਾਹਮਣੇ ਆ ਰਹੀਆਂ ਹਨ। ਜੋ ਗੱਲ ਅਮਰੀਕਾ ਤੋਂ ਸਾਹਮਣੇ ਆਈ ਸੀ ਕਿ H-1B ਵੀਜ਼ਾ ਦੇ ਉੱਪਰ ਜੋ ਰੋਕ ਲੱਗੀ ਹੈ ਉਸ ਨੂੰ ਹਟਾਇਆ ਜਾ ਸਕਦਾ ਹੈ, ਉਸ ਤੋਂ ਬਾਅਦ ਭਾਰਤੀ ਕਾਫੀ ਉਤਸ਼ਾਹਿਤ ਨਜ਼ਰ ਆ ਰਹੇ ਹਨ। ਇਸ ਦੇ ਨਾਲ ਜੁੜੀ ਹੋਈ ਅਪਡੇਟ ਇੱਕ ਵਾਰ ਫਿਰ ਤੋਂ ਸਾਹਮਣੇ ਆਈ ਹੈ, ਜਿਸ ਦੇ ਵਿੱਚ ਇਹ ਦੇਖਿਆ ਗਿਆ ਕਿ H-1B ਵੀਜ਼ਾ ਸਮੇਤ ਬਾਕੀ ਵਰਕ ਵੀਜ਼ਾ ਦੇ ਉੱਪਰ ਜਿਹੜੀ ਰੋਕ ਲਗਾਈ ਗਈ ਹੈ ਉਸ ਨੂੰ ਬਾਈਡਨ ਪ੍ਰਸ਼ਾਸਨ ਵੱਲੋਂ ਜਲਦ ਹੀ ਖਤਮ ਕੀਤਾ ਜਾਵੇਗਾ, ਕਿਉਂਕਿ ਅਮਰੀਕਾ ਦੇ ਵਿੱਚ ਇਹਨਾਂ ਵਰਕ ਵੀਜ਼ਾ ਦੇ ਉੱਪਰ ਜੋ ਰੋਕ ਲੱਗੀ ਹੈ ਉਸ ਨੂੰ ਖਤਮ ਕਰਨ ਦੀ ਮੰਗ ਹੁਣ ਤੇਜ਼ ਹੋਣ ਲੱਗੀ ਹੈ। ਡੈਮੋਕ੍ਰੈਟਿਕ ਪਾਰਟੀ ਦੇ ਕੁਝ ਐਮਪੀਜ਼ ਨੇ ਬਾਈਡਨ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਉਹ ਟਰੰਪ ਦੇ ਟੈਨਿਓਰ ਦੇ ਦੌਰਾਨ ਜੋ ਵੀਜ਼ਾ ਦੇ ਉੱਪਰ ਪਾਬੰਦੀਆਂ ਲੱਗੀਆਂ ਉਹਨਾਂ ਨੂੰ ਖਤਮ ਕਰ ਦੇਣ। ਡੋਨਾਲਡ ਟਰੰਪ ਨੇ ਅਮਰੀਕੀ ਰਾਸ਼ਟਰਪਤੀ ਹੁੰਦਿਆਂ H-1B ਵੀਜ਼ਾ ਸਹਿਤ ਹੋਰ ਵੀ ਵੱਖ-ਵੱਖ ਤਰ੍ਹਾਂ ਦੇ ਵਰਕ ਵੀਜ਼ਾ ਦੇ ਉੱਪਰ ਪਾਬੰਦੀ ਲਗਾ ਦਿੱਤੀ ਸੀ। ਹਾਲਾਂਕਿ ਇਹ 31 ਮਾਰਚ ਨੂੰ ਖਤਮ ਹੋ ਜਾਵੇਗੀ। ਇਸ ਪਾਬੰਦੀ ਨੂੰ ਖਤਮ ਕਰਨ ਦੇ ਲਈ 5 ਡੈਮੋਕ੍ਰੈਟਿਕ ਸੈਨੇਟਰਾਂ ਨੇ ਰਾਸ਼ਟਰਪਤੀ ਜੋ ਬਾਈਡਨ ਨੂੰ ਪੱਤਰ ਲਿਖਿਆ ਹੈ। ਜੇਕਰ ਗੱਲ H-1B ਵੀਜ਼ਾ ਦੀ ਕਰੀਏ ਤਾਂ ਇਹ ਫਿਰ ਭਾਰਤੀ ਪ੍ਰੋਫੈਸ਼ਨਲਸ ਦੇ ਵਿੱਚ ਕਾਫੀ ਲੋਕਪ੍ਰਿਯ ਹੈ। ਇਸ ਵੀਜ਼ਾ ਦੇ ਆਧਾਰ ਦੇ ਉੱਪਰ ਅਮਰੀਕਨ ਕੰਪਨੀਆਂ ਵਿਦੇਸ਼ੀ ਕਾਮਿਆਂ ਨੂੰ ਰੋਜ਼ਗਾਰ ਜਾਣੀ ਕਿ ਕੰਮ ਦਿੰਦੀਆਂ ਹਨ। ਹਰ ਸਾਲ ਵੱਖ-ਵੱਖ ਕੈਟਾਗਰੀਜ਼ ਦੇ ਵਿੱਚ 85,000 ਵੀਜ਼ੇ ਜਾਰੀ ਕੀਤੇ ਜਾਂਦੇ ਹਨ। ਇਹ ਵੀਜ਼ੇ 3 ਸਾਲ ਦੇ ਲਈ ਜਾਰੀ ਹੁੰਦੇ ਹਨ। ਚੋਣ ਪ੍ਰਚਾਰ ਦੇ ਦੌਰਾਨ ਬਾਈਡਨ ਵੱਲੋਂ ਇਹ ਵਾਅਦਾ ਕੀਤਾ ਗਿਆ ਸੀ ਕਿ ਉਹ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਾਰਜਕਾਲ ਦੌਰਾਨ H-1B ਵੀਜ਼ਾ ਦੇ ਉੱਪਰ ਲੱਗੀਆਂ ਪਾਬੰਦੀਆਂ ਨੂੰ ਖਤਮ ਕਰ ਦੇਣਗੇ। ਹੁਣ तमाम ਭਾਰਤੀਆਂ ਦੇ ਵਿੱਚ ਇਸ ਚੀਜ਼ ਦਾ ਇੰਤਜ਼ਾਰ ਹੈ ਕਿ ਕਦੋਂ ਜੋ ਇਹ ਰੋਕ ਲਗਾਈ ਗਈ ਹੈ ਉਸ ਨੂੰ ਹਟਾ ਦਿੱਤਾ ਜਾਵੇਗਾ। ਪ੍ਰਿੰਸ ਐਡਵਰਡ ਆਈਲੈਂਡ ਵੱਲੋਂ ਆਪਣੇ ਨਵੇਂ ਡਰਾਅ ਦਾ ਐਲਾਨ ਕੀਤਾ ਗਿਆ। ਇਸ ਡਰਾਅ ਦੇ ਤਹਿਤ 150 ਉਮੀਦਵਾਰਾਂ ਨੂੰ ਸੱਦੇ ਜਾਰੀ ਕੀਤੇ ਗਏ। ਬਾਕੀ ਦੀ ਸਾਰੀ ਜਾਣਕਾਰੀ ਦੇਖੋ ਇਸ ਖਬਰ ਦੇ ਵਿੱਚ। ਪ੍ਰਿੰਸ ਐਡਵਰਡ ਆਈਲੈਂਡ ਵੱਲੋਂ ਆਪਣੀ ਨਵੀਂ PNP ਡਰਾਅ ਦਾ ਐਲਾਨ ਕੀਤਾ ਗਿਆ। ਇਸ ਡਰਾਅ ਦੇ ਤਹਿਤ 150 ਕੈਂਡੀਡੇਟਸ ਨੂੰ ਸੱਦੇ ਜਾਰੀ ਕੀਤੇ ਗਏ। ਦੱਸੀਏ ਕਿ ਇਹ ਡਰਾਅ ਮਾਰਚ 18 ਨੂੰ ਕੱਢਿਆ ਗਿਆ। ਪ੍ਰਿੰਸ ਐਡਵਰਡ ਆਈਲੈਂਡ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਦੇ ਤਹਿਤ ਕੁੱਲ 150 ਇਨਵੀਟੇਸ਼ਨ ਜਾਰੀ ਕੀਤੇ ਗਏ। ਇਹਨਾਂ ਵਿੱਚੋਂ ਜ਼ਿਆਦਾਤਰ ਸੱਦੇ ਜਾਣੀ ਕਿ 140 ਐਕਸਪ੍ਰੈਸ ਐਂਟਰੀ ਕੈਂਡੀਡੇਟਸ ਅਤੇ ਲੇਬਰ ਇੰਪੈਕਟ ਕੈਂਡੀਡੇਟਸ ਨੂੰ ਦਿੱਤੇ ਗਏ। ਇਹਨਾਂ ਵਿੱਚੋਂ ਜਿਹੜੇ 10 ਇਨਵੀਟੇਸ਼ਨ ਸਨ ਉਹ ਬਿਜ਼ਨਸ ਇੰਪੈਕਟ ਕੈਂਡੀਡੇਟਸ ਨੂੰ ਜਾਰੀ ਕੀਤੇ ਗਏ। ਇਸ ਦੇ ਵਾਸਤੇ ਉਹਨਾਂ ਨੂੰ ਘੱਟੋ-ਘੱਟ 70 ਪੁਆਇੰਟਸ ਦੀ ਜ਼ਰੂਰਤ ਸੀ। ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਦੇ ਤਹਿਤ ਕੈਨੇਡਾ ਦੇ ਪ੍ਰੋਵਿੰਸਸ ਅਤੇ ਟੈਰੀਟਰੀਜ਼ ਨੂੰ ਇਹ ਮੌਕਾ ਦਿੱਤਾ ਜਾਂਦਾ ਹੈ ਕਿ ਉਹਨਾਂ ਇਮੀਗ੍ਰੇਸ਼ਨ ਕੈਂਡੀਡੇਟਸ ਨੂੰ ਸਿਲੈਕਟ ਕਰਨ ਜਿਨ੍ਹਾਂ ਵੱਲੋਂ ਲੇਬਰ ਮਾਰਕੀਟ ਨੀਡਸ ਨੂੰ ਪੂਰਾ ਕੀਤਾ ਜਾਂਦਾ ਹੈ। ਦੱਸਦੀਏ ਕਿ ਇਸ ਸਾਲ ਦੇ ਵਾਸਤੇ ਕੈਨੇਡਾ ਵੱਲੋਂ ਟੀਚਾ ਰੱਖਿਆ ਗਿਆ ਹੈ ਕਿ PNP ਦੇ ਜ਼ਰੀਏ 80,800 ਦੇ ਕਰੀਬ ਨਵੇਂ ਇਮੀਗ੍ਰੈਂਟਸ ਦਾ ਸਵਾਗਤ ਕੀਤਾ ਜਾਣਾ ਹੈ। ਪਿਛਲੇ ਸਾਲ ਦਾ ਕੈਨੇਡਾ ਵੱਲੋਂ ਜੋ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਟੀਚਾ ਰੱਖਿਆ ਗਿਆ ਸੀ ਉਹ ਪੂਰਾ ਨਹੀਂ ਹੋ ਸਕਿਆ। ਇਸ ਤੋਂ ਬਾਅਦ ਹੁਣ ਜੋ ਕੈਨੇਡਾ ਵੱਲੋਂ ਨਵੇਂ ਇਮੀਗ੍ਰੇਸ਼ਨ ਲੈਵਲਸ ਪਲਾਨ ਦੇ ਤਹਿਤ ਇਹ ਟਾਰਗੇਟ ਰੱਖਿਆ ਗਿਆ ਕਿ ਹਰ ਸਾਲ 4 ਲੱਖ ਤੋਂ ਵੱਧ ਸਵਾਗਤ ਕੀਤਾ ਜਾਵੇਗਾ, ਜਾਣੀ ਕਿ 2023 ਤੱਕ ਹਰ ਸਾਲ 4 ਲੱਖ ਤੋਂ ਵੱਧ ਇਮੀਗ੍ਰੈਂਟਸ ਦਾ ਸਵਾਗਤ ਕੀਤਾ ਜਾਵੇਗਾ। ਇਸ ਨੂੰ ਲੈ ਕੇ ਕੈਨੇਡਾ ਕਾਫੀ ਗੰਭੀਰ ਨਜ਼ਰ ਆ ਰਿਹਾ ਹੈ। ਇਸੇ ਦੇ ਚੱਲਦਿਆਂ ਉਹਨਾਂ ਵੱਲੋਂ ਹੁਣ ਜ਼ਿਆਦਾ ਤੋਂ ਜ਼ਿਆਦਾ ਡਰਾਅ ਕੱਢੇ ਜਾਣ ਦੀ ਉਮੀਦ ਕੀਤੀ ਜਾ ਰਹੀ ਹੈ। ਇਸ ਖਬਰ ਦੇ ਵਿੱਚ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਕੈਨੇਡਾ ਦੇ ਕਿਸ ਹਿੱਸੇ ਤੋਂ ਕਿੰਨੇ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਨੇ। ਨਾਲ ਦੀ ਨਾਲ ਦੱਸਾਂਗੇ ਕਿ ਇਸ ਸਮੇਂ ਕੈਨੇਡਾ ਦੇ ਵਿੱਚ ਕੀ ਹੈ ਕੇਸਿਸ ਓਵਰਵਿਊ, ਜਾਣੀ ਕਿ ਕੋਰੋਨਾ ਵਾਇਰਸ ਦੀ ਸਥਿਤੀ।
24 ਘੰਟਿਆਂ ਦੌਰਾਨ ਓਨਟਾਰੀਓ ਤੋਂ 1700 ਦੇ ਕਰੀਬ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ। ਇਸ ਸਮੇਂ ਪ੍ਰੋਵਿੰਸ ਦੇ ਵਿੱਚ 13,253 ਐਕਟਿਵ ਕੋਰੋਨਾ ਵਾਇਰਸ ਦੇ ਮਾਮਲੇ ਹਨ। ਟੋਰਾਂਟੋ ਤੋਂ 478, ਪੀਲ ਰੀਜਨ ਤੋਂ 344, ਯਾਰਕ ਰੀਜਨ ਤੋਂ 174, ਹੈਮਿਲਟਨ ਰੀਜਨ ਤੋਂ 116 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਇਸ ਸਮੇਂ ਹਸਪਤਾਲ ਦੇ ਵਿੱਚ 759 ਦੇ ਕਰੀਬ ਮਰੀਜ਼ ਹਨ। ਇਸ ਦੀ ਜਾਣਕਾਰੀ ਮਿਨਿਸਟਰੀ ਆਫ ਹੈਲਥ ਵੱਲੋਂ ਸਾਂਝੀ ਕੀਤੀ ਗਈ। ਕਿਊਬੈਕ ਤੋਂ 24 ਘੰਟਿਆਂ ਦੌਰਾਨ 764 ਕੋਰੋਨਾ ਵਾਇਰਸ ਦੇ ਮਾਮਲੇ ਰਿਕਾਰਡ ਕੀਤੇ ਗਏ। ਇਸ ਦੇ ਨਾਲ ਹੀ 11 ਜਾਨਾਂ ਇਸ ਵਾਇਰਸ ਦੇ ਕਰਕੇ ਚਲੀਆਂ ਗਈਆਂ। ਹੁਣ ਤੱਕ 3,916 ਦੇ ਕਰੀਬ ਇੱਥੇ ਕਨਫਰਮਡ ਕੇਸ ਨੇ। 10,587 ਦੇ ਕਰੀਬ ਲੋਕਾਂ ਦੀ ਇਸ ਵਾਇਰਸ ਦੇ ਕਰਕੇ ਹੁਣ ਤੱਕ ਜਾਂਚ ਆ ਚੁੱਕੀ ਹੈ। ਹਸਪਤਾਲ ਦੇ ਵਿੱਚ 504 ਦੇ ਕਰੀਬ ਮਰੀਜ਼ ਹਨ, ਜਿਨ੍ਹਾਂ ਵਿੱਚੋਂ 99 ਇੰਟੈਂਸਿਵ ਕੇਅਰ ਅਧੀਨ ਹਨ। ਬੀਤੇ 24 ਘੰਟਿਆਂ ਦੌਰਾਨ 38,459 ਡੋਜ਼ ਦਿੱਤੀਆਂ ਗਈਆਂ। ਮੈਨੀਟੋਬਾ ਦੇ ਵਿੱਚ 24 ਘੰਟਿਆਂ ਦੌਰਾਨ 93 ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ। 1,127 ਇੱਥੇ ਐਕਟਿਵ ਕੇਸ ਹਨ। ਦੱਸ ਦਈਏ ਕਿ ਹਸਪਤਾਲ ਦੇ ਵਿੱਚ 136 ਦੇ ਕਰੀਬ ਮਰੀਜ਼ਾਂ ਦੀ ਗਿਣਤੀ ਹੈ, ਜਿਨ੍ਹਾਂ ਵਿੱਚੋਂ 21 ਇੰਟੈਂਸਿਵ ਕੇਅਰ ਅਧੀਨ ਹਨ। ਕੈਨੇਡਾ ਦੇ ਵਿੱਚ ਹੁਣ ਤੱਕ 9,25,000 ਦੇ ਕਰੀਬ ਕੋਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। 22,612 ਦੇ ਕਰੀਬ ਜਾਨਾਂ ਇਸ ਵਾਇਰਸ ਦੇ ਕਰਕੇ ਹੁਣ ਤੱਕ ਜਾ ਚੁੱਕੀਆਂ ਨੇ। ਉਧਰ ਠੀਕ ਹੋਣ ਵਾਲੇ ਮਰੀਜ਼ਾਂ ਦੀ ਗੱਲ ਕਰੀਏ ਤਾਂ 8,70,000 ਦੇ ਕਰੀਬ ਹਨ। ਬ੍ਰਿਟਿਸ਼ ਕੋਲੰਬੀਆ ਤੋਂ ਮਾਮਲਾ ਸਾਹਮਣੇ ਆਇਆ, ਜਿੱਥੇ ਘਰ ਦੇ ਵਿੱਚ ਅੱਗ ਲੱਗੀ ਅਤੇ 2 ਵਿਅਕਤੀਆਂ ਦੀ ਲਾਸ਼ ਮਿਲੀ। ਇਸ ਦੇ ਨਾਲ ਸੰਬੰਧਿਤ ਜਿਹੜੇ ਆਸ-ਪਾਸ ਦੇ ਰਹਿਣ ਵਾਲੇ ਲੋਕ ਨੇ, ਉਹਨਾਂ ਵੱਲੋਂ ਵੀ ਜਾਣਕਾਰੀ ਸਾਂਝੀ ਕੀਤੀ ਗਈ। ਮਾਮਲਾ ਬ੍ਰਿਟਿਸ਼ ਕੋਲੰਬੀਆ ਤੋਂ ਸਾਹਮਣੇ ਆਇਆ, ਜਿੱਥੇ ਇੱਕ ਘਰ ਦੇ ਵਿੱਚ ਅੱਗ ਲੱਗੀ ਅਤੇ ਇੱਥੋਂ 2 ਵਿਅਕਤੀਆਂ ਦੀਆਂ ਲਾਸ਼ਾਂ ਮਿਲੀਆਂ। ਤੜਕਸਾਰ ਰਿਚਮੰਡ ਬ੍ਰਿਟਿਸ਼ ਕੋਲੰਬੀਆ ਦੀ ਰੈਂਥਬਰਨ ਡਰਾਈਵ ਅਤੇ ਸ਼ੈਲਡਕੋਟ ਡਰਾਈਵ ਦੇ ਨੇੜੇ ਮੌਜੂਦ ਇੱਕ ਘਰ ਨੂੰ ਅੱਗ ਲੱਗ ਗਈ। ਇਸ ਘਰ ਦੇ ਵਿੱਚੋਂ 2 ਵਿਅਕਤੀਆਂ ਦੀਆਂ ਲਾਸ਼ਾਂ ਮਿਲੀਆਂ। ਪੁਲਿਸ ਵੱਲੋਂ ਇਸ ਦੇ ਨਾਲ ਸੰਬੰਧਿਤ ਜਾਣਕਾਰੀ ਸਾਂਝੀ ਕੀਤੀ ਗਈ। ਉਹਨਾਂ ਕਿਹਾ ਕਿ 22,000 ਬਲਾਕ ਆਫ ਰੈਂਥਬਰਨ ਡਰਾਈਵ ਦੇ ਵਿੱਚ ਤੜਕੇ 4 ਵਜੇ ਦੇ ਕਰੀਬ ਘਰ ਨੂੰ ਅੱਗ ਲੱਗ ਗਈ, ਜਿਸ ਤੋਂ ਬਾਅਦ 2 ਲੋਕਾਂ ਦੀਆਂ ਲਾਸ਼ਾਂ ਇੱਥੋਂ ਮਿਲੀਆਂ। ਇੱਥੇ ਇੰਟੀਗ੍ਰੇਟਿਡ ਹੋਮਿਸਾਈਡ ਇਨਵੈਸਟੀਗੇਸ਼ਨ ਟੀਮ ਨੂੰ ਜਾਂਚ ਦੇ ਲਈ ਬੁਲਾਇਆ ਗਿਆ। ਇਸ ਮਾਮਲੇ ਦੇ ਬਾਰੇ ਵਿੱਚ ਹੋਰ ਜਾਣਕਾਰੀ ਮੁਹੱਈਆ ਕਰਵਾਉਣ ਤੋਂ RCMP ਵੱਲੋਂ ਮਨਾ ਕਰ ਦਿੱਤਾ ਗਿਆ। ਉਹਨਾਂ ਕਿਹਾ ਕਿ ਇਸ ਸਮੇਂ ਇਸ ਦੇ ਬਾਰੇ ਹੋਰ ਕੋਈ ਇਨਫੋਰਮੇਸ਼ਨ ਸਾਂਝੀ ਨਹੀਂ ਕੀਤੀ ਜਾਵੇਗੀ। ਇਸ ਘਰ ਦੇ ਆਸ-ਪਾਸ ਰਹਿਣ ਵਾਲਿਆਂ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਉਹਨਾਂ ਨੂੰ ਗੋਲੀਆਂ ਚੱਲਣ ਦੀ ਆਵਾਜ਼ ਸੁਣਾਈ ਦਿੱਤੀ ਸੀ। ਉਹਨਾਂ ਨੂੰ ਇੰਜ ਲੱਗਿਆ ਕਿ ਜਿਵੇਂ ਆਸ-ਪਾਸ ਗੋਲੀਆਂ ਚੱਲ ਰਹੀਆਂ ਹੋਣ। ਹੁਣ ਤੱਕ ਜੋ ਜਾਣਕਾਰੀ ਹੋਰ ਸਾਹਮਣੇ ਆਈ ਹੈ, ਉਸ ਤੋਂ ਇਹ ਪਤਾ ਚੱਲਿਆ ਹੈ ਕਿ ਇਹ ਘਰ ਪੰਜਾਬੀਆਂ ਦੇ ਨਾਲ ਸੰਬੰਧਿਤ ਹੈ, ਪਰ ਬਾਕੀ ਸਾਰੀ ਜਾਣਕਾਰੀ ਦੇ ਵਾਸਤੇ ਅਜੇ ਉਡੀਕ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਫਿਲਹਾਲ ਇਸ ਪੂਰੇ ਮਾਮਲੇ ਦੇ ਵਿੱਚ ਜਾਂਚ ਜਾਣੀ ਕਿ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ। ਅਮਰੀਕਾ ਦੇ ਟੈਕਸਸ ਦੇ ਇੱਕ ਅਜਾਇਬ ਘਰ ਦੇ ਵਿੱਚ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਮੋਮ ਦਾ ਪੁਤਲਾ ਲੱਗਿਆ ਹੋਇਆ ਸੀ, ਪਰ ਇੱਥੋਂ ਇਸ ਨੂੰ ਹਟਾਉਣਾ ਪਿਆ। ਕਾਰਨ ਇਹ ਹੈ ਕਿ ਆਉਣ ਜਾਣ ਵਾਲਾ ਹਰ ਕੋਈ ਇਸ ਦੇ ਉੱਪਰ ਥੱਪੜ ਮਾਰ ਕੇ ਲੰਘਦਾ ਸੀ। ਅਮਰੀਕਾ ਤੋਂ ਅਜਿਹਾ ਮਾਮਲਾ ਸਾਹਮਣੇ ਆਇਆ, ਜਿੱਥੇ ਡੋਨਾਲਡ ਟਰੰਪ ਦੇ ਟੈਕਸਸ ਦੇ ਵਿੱਚ ਲੱਗੇ ਪੁਤਲੇ ਨੂੰ ਹਰ ਕੋਈ ਥੱਪੜ ਮਾਰ ਕੇ ਲੰਘਦਾ ਸੀ, ਜਿਸ ਦੇ ਕਾਰਨ ਇਸ ਵੈਕਸ ਸਟੈਚੂ ਨੂੰ ਹਟਾਉਣਾ ਪੈ ਗਿਆ। ਟੈਕਸਸ ਦੇ ਵੈਕਸ ਮਿਊਜ਼ੀਅਮ ਦੇ ਵਿੱਚ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਦਾ ਸਟੈਚੂ ਹਟਾ ਦਿੱਤਾ ਗਿਆ ਹੈ। ਸੈਨ ਔਂਟੇਨੀਓ ਦੇ ਲੂਇਸ ਤੋਸਾਰਡ ਵੈਕਸ ਵਰਕਸ ਵੱਲੋਂ ਟਰੰਪ ਦਾ ਬੁੱਤ ਹੁਣ ਸਟੋਰੇਜ ਰੂਮ ਦੇ ਵਿੱਚ ਰੱਖ ਦਿੱਤਾ ਗਿਆ, ਕਾਰਨ ਕਿ ਹਰ ਕੋਈ ਇਸ ਨੂੰ ਪੰਚ ਕਰਕੇ ਲੰਘਦਾ ਸੀ। ਕਈਆਂ ਵੱਲੋਂ ਤਾਂ ਇਸ ਦੇ ਉੱਪਰ ਸਕ੍ਰੈਚ ਵੀ ਮਾਰੇ ਗਏ। ਕਲੇ ਵੱਲੋਂ ਇਸ ਦੇ ਨਾਲ ਸੰਬੰਧਿਤ ਸਾਰੀ ਜਾਣਕਾਰੀ ਦਿੱਤੀ ਗਈ। ਉਹਨਾਂ ਕਿਹਾ ਕਿ ਜਦੋਂ ਵੀ ਕੋਈ ਸਿਆਸੀ ਆਗੂ ਹੋਵੇ, ਉਸ ਦੇ ਉੱਪਰ ਇਸ ਤਰ੍ਹਾਂ ਦਾ ਅਟੈਕ ਹੁੰਦਾ ਹੈ ਤਾਂ ਫਿਰ ਉਹ ਮੁਸ਼ਕਿਲ ਬਣ ਸਕਦਾ ਹੈ। ਇੱਥੇ ਦੱਸਣਾ ਬਣਦਾ ਹੈ ਕਿ ਪਿਛਲੇ ਸਾਲ ਬਰਲਿਨ ਦੇ ਵਿੱਚ ਮੈਡਮ ਤੁਸਾਰਡ ਮਿਊਜ਼ੀਅਮ ਦੇ ਵਿੱਚ ਵੀ ਟਰੰਪ ਦਾ ਬੁੱਤ ਲਗਾਇਆ ਗਿਆ ਸੀ, ਪਰ ਬਾਅਦ ਦੇ ਵਿੱਚ ਕੁਝ ਕਾਰਨਾਂ ਦੇ ਕਰਕੇ ਇਸ ਨੂੰ ਹਟਾ ਦਿੱਤਾ ਗਿਆ। ਤੇ ਹੁਣ ਜੋ ਟੈਕਸਸ ਦੇ ਵਿੱਚ ਡੋਨਾਲਡ ਟਰੰਪ ਦਾ ਪੁਤਲਾ ਲੱਗਿਆ ਹੋਇਆ ਸੀ, ਉਸ ਨੂੰ ਵੀ ਹਟਾ ਕੇ ਸਟੋਰੇਜ ਰੂਮ ਦੇ ਵਿੱਚ ਰੱਖ ਦਿੱਤਾ ਗਿਆ। ਕਾਰਨ ਇਹੀ ਕਿ ਆਉਣ ਜਾਣ ਵਾਲਾ ਹਰ ਕੋਈ ਉਸ ਦੇ ਉੱਪਰ ਸਕ੍ਰੈਚ ਪਾ ਕੇ ਲੰਘਦਾ ਸੀ ਅਤੇ ਇਸ ਨੂੰ ਪੰਚ ਕਰਦਾ ਸੀ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਪਰ। ਟਰੂਡੋ ਨੇ ਕੀਤਾ ਬਾਈਡਨ ਦਾ ਧੰਨਵਾਦ। ਕੈਨੇਡਾ ਨੂੰ ਹਰ ਹਫ਼ਤੇ ਫਾਈਜ਼ਰ ਭੇਜੇਗਾ 1 ਮਿਲੀਅਨ ਟੀਕੇ। ਸਿੱਖ ਮੋਟਰਸਾਈਕਲ ਕਲੱਬ ਦਾ ਉਪਰਾਲਾ, ਸਿੱਖਾਂ ਦੇ ਨਵੇਂ ਸਾਲ ਦੇ ਉੱਪਰ ਵੰਡ ਰਹੇ 60,000 ਮਾਸਕ। ਮੌਂਟਰੀਅਲ ਦੇ ਸਭ ਤੋਂ ਮਹਿੰਗੇ ਘਰ ਦੀ ਹੋਈ ਸੇਲ, $8 ਮਿਲੀਅਨ ਦੇ ਵਿੱਚ ਵਿਕਿਆ ਘਰ। ਅਲਬਰਟਾ ਦੇ ਵਿੱਚ ਕੋਰੋਨਾ ਬਾਰੇ ਚਿੰਤਾ, ਤੀਸਰੀ ਲਹਿਰ ਦਾ ਹੋਵੇਗਾ ਅਸਰ। ਹੁਣ ਬ੍ਰਿਟਿਸ਼ ਕੋਲੰਬੀਆ ਨੇ ਐਲਾਨਿਆ ਟੀਕੇ ਬਾਰੇ ਨਵਾਂ ਪਲਾਨ, ਸਕੂਲ ਸਟਾਫ ਤੇ ਗਰੋਸਰੀ ਸਟੋਰ ਵਾਲਿਆਂ ਨੂੰ ਲੱਗਣਗੇ ਟੀਕੇ।
ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ। ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਪੰਨੂ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ ਟੀਵੀ ਪੰਜਾਬ।